ਸਾਰੇ ਭੈਣ ਭਰਾਵਾਂ ਨੂੰ ਜੈ ਮਸੀਹ ਦੀ। ਅੱਜ ਦੇ ਵਚਨ ਨੂੰ ਸਿੱਖਣ ਤੋਂ ਪਹਿਲਾਂ ਅਸੀਂ ਪ੍ਰਾਰਥਨਾ ਵਿੱਚ ਜਾਵਾਂਗੇ। ਦਿਆਲੂ, ਕਿਰਪਾਲੂ, ਮਿਹਰਬਾਨ, ਪ੍ਰੇਮੀ ਪਰਮੇਸ਼ਰ, ਅਸੀਂ ਤੇਰਾ ਧੰਨਵਾਦ, ਤੇਰੀ ਮਹਿਮਾ, ਤੇਰੀ ਵਡਿਆਈ ਕਰਦੇ ਹਾਂ। ਤੂੰ ਰਾਜਿਆਂ ਦਾ ਰਾਜਾ ਹੈ, ਪ੍ਰਭੂਆਂ ਦਾ ਪ੍ਰਭੂ, ਸਰਵ ਸ਼ਕਤੀਮਾਨ, ਸਰਵ ਵਿਆਪੀ, ਸਰਵੱਗਿਆ ਪਰਮੇਸ਼ਰ ਹੈ। ਤੂੰ ਸਾਨੂੰ ਕਦੇ ਛੱਡਦਾ ਨਹੀਂ, ਕਦੇ ਤਿਆਗਦਾ ਨਹੀਂ, ਹਮੇਸ਼ਾ ਸਾਡੇ ਨਾਲ ਵਫਾਦਾਰ ਰਹਿਣਾ ਹੈ। ਉਸ ਦੇ ਲਈ ਅਸੀਂ ਤੇਰੀ ਵਡਿਆਈ ਕਰਦੇ ਹਾਂ। ਨਿਤ ਪ੍ਰਤੀ ਦਿਨ ਜਦੋਂ ਤੇਰੇ ਭੇਤਾਂ ਨੂੰ ਸਿੱਖਦੇ ਹਾਂ, ਜਿਹੜਾ ਤੂੰ ਸਾਨੂੰ ਆਪਣੇ ਵਚਨ ਵਿੱਚੋਂ ਦਿੰਦਾ ਹੈ, ਉਸ ਦੇ ਵਿੱਚ ਅਸੀਂ ਆਤਮਿਕ ਰੀਤੀ ਨਾਲ ਮਜ਼ਬੂਤ ਹੁੰਦੇ ਹੋਏ ਤੇਰੇ ਸਰੀਰ ਦੇ ਵਿੱਚ ਉਹਨਾਂ ਦੀ ਪਾਲਣਾ ਕਰਦੇ ਹੋਏ ਪਰਮੇਸ਼ਰ ਪਿਤਾ ਤੇਰੀ ਜਿਉਂਦੀ ਆਸ ਵਿੱਚ ਵਧਦੇ ਹਾਂ। ਇਸ ਦੇ ਲਈ ਅਸੀਂ ਧੰਨਵਾਦ ਕਰਦੇ ਹਾਂ। ਇਸ ਵਚਨ ਨੂੰ ਸਮਝਣ ਦੇ ਲਈ ਅਤੇ ਪਰਮੇਸ਼ਰ ਪਿਤਾ ਬੋਲਣ ਦੇ ਲਈ ਸਾਨੂੰ ਬੁੱਧ ਦੇ, ਸਮਝ ਦੇ ਔਰ ਤੇਰੀ ਆਤਮਾ ਦੇ ਵਸੀਲੇ ਦੇ ਨਾਲ ਇਸ ਵਚਨ ਦੇ ਭੇਤਾਂ ਨੂੰ ਅਸੀਂ ਸਮਝ ਸਕੀਏ। ਅਜਿਹਾ ਹੋਣ ਦੇ ਲਈ ਮਦਦ ਕਰ। ਸੁਣਨ ਵਾਲੇ ਅਤੇ ਬੋਲਣ ਵਾਲੇ ਨੂੰ ਦੋਨਾਂ ਨੂੰ ਆਪਣੀ ਤੌਫੀਕ ਦੇ। ਸਾਰਾ ਆਦਰ ਮਾਣ ਆਪ ਨੂੰ ਦਿੰਦੇ ਹੋਏ ਬੇਨਤੀ ਮਸੀਹ ਯਸੂ ਦੇ ਪਵਿੱਤਰ ਤੇ ਸਮਰਥੀ ਨਾਮ ਵਿੱਚ ਮੰਗਦੇ ਹਾਂ, ਆਮੀਨ। ਪਿਆਰੇ ਅਜ਼ੀਜ਼, ਲਗਾਤਾਰ ਅਸੀਂ ਪਰਮੇਸ਼ਰ ਦੇ ਇਸ ਵਚਨ ਦਾ ਅਧਿਐਨ ਕਰਦੇ ਆ ਰਹੇ ਹਾਂ ਕਿ ਅੱਜ ਸਾਡੇ ਲਈ ਸਲੀਬ ਕੀ ਹੈ। ਅੱਜ ਸਾਡੇ ਲਈ ਅਤੇ ਇੱਕ ਵਿਸ਼ਵਾਸੀ ਦੇ ਲਈ ਕਰੂਸ ਦਾ ਅਰਥ ਕੀ ਹੈ, ਇਸ ਨੂੰ ਅਸੀਂ ਅੱਜ ਸਿੱਖਣ ਜਾ ਰਹੇ ਹਾਂ। ਔਰ ਲਗਾਤਾਰ ਪਿਛਲੇ ਦਿਨਾਂ ਤੋਂ ਜਦੋਂ ਅਸੀਂ ਸਿੱਖਦੇ ਆ ਰਹੇ ਹਾਂ, ਉਸ ਦੇ ਵਿੱਚ ਅਸੀਂ ਅਲੱਗ-ਅਲੱਗ ਪਾਰਟ ਸਿੱਖੇ ਆ। ਅਸੀਂ ਲਾਸਟ ਦੇ ਵਿੱਚ ਇਹ ਸਿੱਖਿਆ ਸੀ ਕਿ ਉਹ ਮਨੁੱਖ ਧਨ ਹੈ ਜਿਹੜਾ ਮਸੀਹ ਦੇ ਕਾਰਨ ਠੋਕਰ ਨਹੀਂ ਖਾਂਦਾ ਹੈ। ਅੱਜ ਅਸੀਂ ਸਿੱਖ ਰਹੇ ਹਾਂ ਅੱਜ ਵਿਸ਼ਵਾਸੀ ਦੇ ਲਈ ਸਲੀਬ ਕੀ ਹੈ। ਕਰੂਸ ਦੀ ਮਹਿਮਾ ਸਾਡੇ ਅਪਮਾਨ ਦਾ ਇੱਕ ਕਲੰਕ ਸਾਡੇ ਜੀਵਨ ਦੇ ਵਿੱਚ ਲੱਗਦਾ ਹੈ। ਇਹ ਉਹਨਾਂ ਲੋਕਾਂ ਦੇ ਲਈ ਲੱਗਦਾ ਹੈ ਜਿਨ੍ਹਾਂ ਨੇ ਹਜੇ ਤੱਕ ਉਸ ਸਮੇਂ ਦੀ ਸਜ਼ਾ ਨੂੰ ਕਲੰਕਿਤ ਸਮਝਿਆ ਹੈ। ਪਰਾਈਆਂ ਕੌਮਾਂ ਦੇ ਲਈ ਸਲੀਬ ਇੱਕ ਮਾਨਸਿਕ ਅਪਮਾਨ ਸੀ, ਕਿਉਂਕਿ ਇਸ ਦੇ ਨਿਮਿਤ ਉਹਨਾਂ ਦੀ ਬੁੱਧੀ ਨੂੰ ਠੋਕਰ ਲੱਗਦੀ ਸੀ। ਕਿਉਂ ਲੱਗਦੀ ਸੀ? ਕਾਰਨ ਕੀ ਸੀ? ਕਿਉਂਕਿ ਯੂਨਾਨੀ ਲੋਕ ਜਿਹੜੇ ਸੀ ਕਰੂਸ ਉੱਤੇ ਵਿਚਾਰ ਨਹੀਂ ਸੀ ਕਰਦੇ, ਉਹ ਧਿਆਨ ਨਹੀਂ ਸੀ ਕਰਦੇ ਕਿਉਂ ਹੈ, ਕਿਸ ਲਈ ਹੈ। ਪਰ ਉਹ ਇੰਨਾ ਜ਼ਰੂਰ ਸਮਝਦੇ ਸੀ ਜਿਹੜਾ ਕੋਈ ਉਸ ਸਮਾਜ ਦੇ ਵਿੱਚ ਉਸ ਸਮੇਂ ਦੇ ਨਿਯਮ ਦੇ ਅਨੁਸਾਰ ਜੋ ਉਸ ਰਾਜ ਦੇ ਵਿੱਚ ਦਿੱਤਾ ਗਿਆ ਹੈ, ਉਸ ਨੂੰ ਸਲੀਬ ਦੀ ਸਜ਼ਾ ਮਤਲਬ ਕਿ ਘਿਰਣਿਤ ਸਜ਼ਾ ਦਿੱਤੀ ਜਾਂਦੀ ਸੀ ਔਰ ਲੱਜਾਜਨਕ ਅਤੇ ਅਪਮਾਨਜਨਕ ਸਜ਼ਾ ਦਿੱਤੀ ਜਾਂਦੀ ਸੀ। ਕਿਉਂਕਿ ਜਦੋਂ ਯਿਸੂ ਮਸੀਹ ਸਲੀਬ ਦੇ ਉੱਤੇ ਸੀ, ਉਹ ਸਲੀਬ ਦੀ ਸਜ਼ਾ ਗੁਨਾਹ ਦੀ ਸਜ਼ਾ ਹੈ, ਪਰ ਜਦੋਂ ਕੱਪੜੇ ਉਤਾਰ ਦਿੱਤੇ ਜਾਂਦੇ ਸੀ ਤਾਂ ਉਹਨੂੰ ਸ਼ਰਮਨਾਕ ਜਾਂ ਲੱਜਾ ਦੀ ਸਜ਼ਾ ਕਿਹਾ ਜਾਂਦਾ ਸੀ, ਕਲੰਕਿਤ ਸਜ਼ਾ ਕਿਹਾ ਜਾਂਦਾ ਸੀ। ਔਰ ਇਹ ਯੂਨਾਨੀ ਲੋਕ ਵੀ ਕਲੰਕਿਤ ਸਮਝਦੇ ਸੀ, ਪਰਾਈ ਕੌਮ ਦੇ ਲੋਕ ਵੀ ਕਲੰਕਿਤ ਸਮਝਦੇ ਸੀ ਅਤੇ ਯਹੂਦੀ ਲੋਕ ਵੀ ਉਹਨੂੰ ਕਲੰਕਿਤ ਸਮਝਦੇ ਸੀ। ਪਰ ਇਸ ਗੱਲ ਨੂੰ ਅਗਰ ਅਸੀਂ ਸਮਝੀਏ ਤਾਂ ਮੈਂ ਆਪ ਦੇ ਨਾਲ ਇਬਰਾਨੀਆਂ ਦੀ ਪੁਸਤਕ ਉਸ ਦਾ 12 ਅਧਿਆਇ ਉਸ ਦੀ 2 ਆਇਤ ਨੂੰ ਮੈਂ ਆਪ ਦੇ ਲਈ ਪੜ੍ਹ ਰਿਹਾ ਹਾਂ, ਜਿੱਥੇ ਲੇਖਕ ਜਿਹੜਾ ਹੈ ਇਸ ਗੱਲ ਨੂੰ ਇਸ ਤਰ੍ਹਾਂ ਕਹਿੰਦਾ ਹੈ, ਅਤੇ ਯਿਸੂ ਵੱਲ ਤੱਕਦੇ ਰਹੀਏ ਜਿਹੜਾ ਨੇਚਾ ਦਾ ਕਰਤਾ ਅਤੇ ਸੰਪੂਰਨ ਕਰਨ ਵਾਲਾ ਹੈ, ਜਿਸ ਨੇ ਉਸ ਆਨੰਦ ਦੇ ਨਿਮਿਤ, ਉਸ ਆਨੰਦ ਦੇ ਕਿਹੜੇ ਸਵਰਗੀ ਆਨੰਦ ਹੈ, ਉਸ ਆਨੰਦ ਦੇ ਨਿਮਿਤ ਜੋ ਉਹਦੇ ਅੱਗੇ ਧਰਿਆ ਹੋਇਆ ਸੀ, ਲਾਜ ਨੂੰ ਤੁੱਛ ਜਾਣ ਕੇ, ਲਾਜ ਕਿਹੜੀ, ਜਿਹੜੇ ਕੱਪੜੇ ਮੇਰੇ ਲਈ ਉਤਾਰਿਆ ਗਿਆ, ਮੇਰੇ ਲਈ ਉਸ ਨੂੰ ਹਰ ਇੱਕ ਦੁੱਖ ਜਿਹੜਾ ਉਸ ਸਮੇਂ ਦੀ ਸਜ਼ਾ ਦਾ ਸੀ ਉਸ ਨੂੰ ਸਹਿਣਾ ਪਿਆ। ਇਸ ਕਰਕੇ ਇੱਥੇ ਲਿਖਿਆ ਹੈ, ਕਹਿੰਦਾ ਉਸ ਆਨੰਦ ਦੇ ਨਿਮਿਤ ਜੋ ਉਹਦੇ ਅੱਗੇ ਧਰਿਆ ਸੀ, ਲਾਜ ਨੂੰ ਤੁੱਛ ਜਾਣ ਕੇ ਸਲੀਬ ਦਾ ਦੁੱਖ ਝੱਲਿਆ ਅਤੇ ਪਰਮੇਸ਼ਰ ਦੇ ਸਿੰਘਾਸਨ ਦੇ ਸੱਜੇ ਹੱਥ ਬਿਰਾਜਮਾਨ ਹੋਇਆ। ਸਲੀਬ ਦਾ ਦੁੱਖ। ਮੇਰੇ ਪਿਆਰੇ ਅਜ਼ੀਜ਼, ਇਹ ਗੱਲ ਨੂੰ ਜਦੋਂ ਅਸੀਂ ਸਮਝਦੇ ਹਾਂ ਤਾਂ ਇਹ ਇਸ ਚੀਜ਼ ਨੂੰ ਦੱਸਦਾ ਅੱਜ ਵਿਸ਼ਵਾਸੀ ਦੇ ਜੀਵਨ ਦੇ ਵਿੱਚ ਕਿ ਉਹਨੇ ਸਾਡੇ ਛੁਟਕਾਰੇ ਦੇ ਲਈ ਮੌਤ ਨੂੰ ਜ਼ਿਆਦਾ ਪਿਆਰਾ ਨਾ ਜਾਣਿਆ। ਅੱਜ ਅਸੀਂ
मौत दे लई किस तरह अपने जीवन दे विच तड़फदे हां, या कोई चीज़ इस समय महामारी गुजर रही है और असीं इस महामारी दे विच अपने समय नूं गुजार रहे हैं। मड़ी जी भी सानू खांसी आ जाए, मड़ा जिहा भी सानू जुकाम आ जाए, या साडे जीवन दे विच कोई अपना तकलीफ आ जाए, असीं उस तो डर जाते हैं। ਅਸੀਂ ਉਸ ਦੇ ਲਈ ਰਸਤਾ ਲੱਭਣਾ ਸ਼ੁਰੂ ਕਰ ਦਿੰਦੇ ਹਾਂ। ਮੈਂ ਇਹ ਨਹੀਂ ਕਹਿੰਦਾ ਕਿ ਸਾਨੂੰ ਮੈਡੀਸਨ ਨਹੀਂ ਖਾਣੀ ਚਾਹੀਦੀ, ਮੈਂ ਇਹ ਨਹੀਂ ਕਹਿੰਦਾ ਸਾਨੂੰ ਇਲਾਜ ਨਹੀਂ ਕਰਨਾ ਚਾਹੀਦਾ, ਮੈਂ ਇਹ ਨਹੀਂ ਕਹਿੰਦਾ ਸਾਨੂੰ ਆਪਣਾ ਬਚਾਅ ਨਹੀਂ ਕਰਨਾ ਚਾਹੀਦਾ। ਬਾਈਬਲ ਦੇ ਵਿੱਚ ਲਿਖਿਆ ਹੈ, ਬਾਈਬਲ ਦੇ ਵਿੱਚ ਲਿਖਿਆ ਹੈ, ਮੈਂ ਤੁਹਾਡਾ ਚੰਗਾ ਕਰਨ ਵਾਲਾ ਈਸ਼ਵਰ ਹਾਂ। ਜਿਹਨੇ ਇਹ ਕਿਹਾ ਚੰਗਾ ਕਰਨ ਵਾਲਾ ਈਸ਼ਵਰ ਹਾਂ, ਤਾਂ ਉਹ ਮੇਰੀ ਜ਼ਿੰਦਗੀ ਦੇ ਬਾਰੇ ਜਾਣਦਾ ਹੈ। ਮੇਰਾ ਉਪਚਾਰ ਕਿੱਥੋਂ ਹੈ, मैं ठीक कित्थों हो सकता हाँ, मैं कदों तक उहदी गवाही नूं देना है, कदों तक मैं मसीह दे लई ज़हमत रह के मसीह दे स्वरूप नूं उसदी महिमा दे निमित्त प्रगट करना है। ये सब कुछ परमेश्वर जानता है। उहदे समय तो बगैर मैं इस दुनिया तो कूच नहीं कर सकता। पौलुस अपने कूच करन दे समय नूं जाणदा सी, इस करके उहने अपने तिमोथियुस दी पत्री दे विच किहा है, मेरा हुण कूच करन दा समां आ गया है, मैं अपनी दौड़ पूरी कर लई है। ਇਹਦਾ मतलब है परमेश्वर साडे जीवन दे विच साडा प्रयोजन की है, कदों तक असी जीना है, कदों तक असी जाना, वो सब कुछ जानता है। पर इत्थे जो उसने उस सलीब की दर्दनाक मौत नूं, उस सलीब की लज्जा नूं अपने उत्ते लिया, इसलिए कि मैं उस दे असल छुटकारे नूं जिहड़ा मेरे पापां दे निमित्त सी, जिस दे लई मैनूं मरना सी, उसने स्वयं सह लिया। एक विश्वासी दे लई सलीब छुटकारे दा चिन्ह है, सलीब मुक्ति दा चिन्ह है, सलीब उस दे लई उद्धार दा समा है। मेरे प्यारे असीस, ये परमेश्वर ने मेरे अते आप दे लई कीता है। उसने सारा कुछ सह लिया है। सुभाविक मनुख चीकदा रहिंदा है, वो मनुख रोमी सलीब उत्ते लज्जाजनक आस्था विच मरिया अते परमेश्वर दा पुत्र किवें हो सकदा है। रोमी लोग सोच रहे हैं, पर प्रभु ने अपने अंजीलां दे विच बार-बार कहा है, मैं परमेश्वर दा पुत्र, मनुख दा पुत्र। उसने अपने आप नूं घोषित किया, उसने इसका प्रूफ भी दिता। बिना प्रूफ तो अपने आप नूं कदे भी नहीं कहता सी कि मैं परमेश्वर दा पुत्र नहीं, वो परमेश्वर दा पुत्र सी। इसे करके यूहन्ना इस चीज का बार बार अपनी पत्री दे विच उसका इस गल का जिक्र करता है। ਉਹ ਮਸੀਹ ਅਤੇ ਮਨੁੱਖੀ ਜਾਤੀ ਦਾ ਮੁਕਤੀਦਾਤਾ ਕਿਵੇਂ ਹੋ ਸਕਦਾ ਹੈ? ਇਹ ਅਦਭੁਤ ਹੈ। ਕਰੂਸ ਦਾ ਲਹੂ ਅੱਜ ਸਾਨੂੰ ਇਸ ਘਿਰਣਿਤ ਪਾਪ ਤੋਂ ਬਚਾਉਂਦਾ ਹੈ, ਕਿਉਂਕਿ ਇਬਰਾਨੀਆਂ ਦੇ ਵਿੱਚ ਹੀ ਲਿਖਿਆ ਹੈ, ਉਹਦਾ ਭਾਈ ਬਿਨਾਂ ਲਹੂ ਬਹਾਇਆ पापां दी माफी हुंदी नहीं। वो लहू जो उस घृणित सलीब दे उत्ते प्रभु ने मेरे लिए बहाया, इसलिए बहाया क्योंकि उन्हें मेरे पापां दा मुल उस जगह ते उत्ते चुकाया। इसलिए तां पौलुस रसूल पहला कुरिन्थियां 6:20 दे विच कहंदा है, तुसीं तां मुल खरीदे गए हो, इसलिए देही दे राहीं ਉਹਦੀ ਵਡਿਆਈ ਕਰੋ ਜਿਹਨੇ ਮੈਨੂੰ ਉਸ ਪਾਪ ਦੀ ਘਿਰਣਿਤ ਅਤੇ ਦਰਦਨਾਕ ਮੌਤ ਤੋਂ ਮੈਨੂੰ ਛੁਡਾ ਲਿਆ। ਜਿਹੜੀ ਮੇਰੇ ਲਈ ਸੀ ਉਹਨੇ ਆਪ ਲੈ ਲਈ ਅਤੇ ਆਪਣਾ ਜੀਵਨ ਮੈਨੂੰ ਦੇ ਦਿੱਤਾ। ਇਸ ਲਈ ਬਾਈਬਲ ਇਹ ਦੱਸਦੀ ਹੈ ਵਿਸ਼ਵਾਸੀ ਦੇ ਲਈ ਸਲੀਬ ਇੱਕ ਮੁਕਤੀ ਹੈ, एक छुटकारा है, एक उद्धार है। वास्तव विच सलीब है की? इस दे बारे असीं की सोचते हैं? ਇਹ ਉਹਨਾਂ ਸਭਨਾਂ ਦੇ ਲਈ ਜੋ ਵਿਸ਼ਵਾਸ ਕਰਦੇ ਹਨ, ਮੁਕਤੀ ਦੇ ਲਈ ਪਰਮੇਸ਼ਰ ਦੀ ਸ਼ਕਤੀ ਹੈ। ਵਾਸਤਵ ਵਿੱਚ ਸਲੀਬ ਕੀ ਹੈ?
ਮੁਕਤੀ ਦੇ ਲਈ ਇੱਕ ਪਰਮੇਸ਼ਵਰ ਦੀ ਸ਼ਕਤੀ ਹੈ। ਉਸ ਨੂੰ ਅਸੀਂ ਪਹਿਲਾ ਕੁਰਿੰਥੀਆਂ, ਮੈਂ ਪਹਿਲਾਂ ਵੀ ਪੜ੍ਹ ਚੁੱਕਾ ਹਾਂ, ਪਹਿਲਾ ਕੁਰਿੰਥੀਆਂ ਉਸ ਦਾ 1 ਅਧਿਆਏ ਉਸ ਦੀ 23-24 ਆਇਤ ਮੈਂ ਆਪ ਦੇ ਲਈ ਪੜ੍ਹ ਰਿਹਾ ਹਾਂ। ਇੱਥੇ ਇਸ ਤਰ੍ਹਾਂ ਲਿਖਿਆ ਹੈ, ਕਹਿੰਦਾ ਹੈ, ਅਸੀਂ ਸਲੀਬ ਦਿੱਤੇ ਹੋਏ ਮਸੀਹ ਦਾ ਪ੍ਰਚਾਰ ਕਰਦੇ ਹਾਂ। ਉਹ ਯਹੂਦੀਆਂ ਦੇ ਲੇਖੇ ਠੋਕਰ ਦਾ ਕਾਰਨ ਅਤੇ ਪਰਾਈਆਂ ਕੌਮਾਂ ਦੇ ਲੇਖੇ ਮੁਕਤਾਈ, ਪਰ ਉਹਨਾਂ ਦੇ ਲੇਖੇ ਜਿਹੜੇ ਸੱਜੇ ਹੋਏ ਹਨ, ਭਾਵੇਂ ਯਹੂਦੀ ਭਾਵੇਂ ਯੂਨਾਨੀ, ਮਸੀਹ ਪਰਮੇਸ਼ਵਰ ਦੀ ਸ਼ਕਤੀ ਅਤੇ ਪਰਮੇਸ਼ਵਰ ਦਾ ਗਿਆਨ ਹੈ। ਸਲੀਬ ਪਰਮੇਸ਼ਵਰ ਦੀ ਸ਼ਕਤੀ। ਜਦੋਂ ਅਸੀਂ ਆਪਣੀ ਹਿੰਮਤ ਦੇ ਨਾਲ, ਆਪਣੀ ਯੋਗਤਾ ਦੇ ਨਾਲ ਮਸੀਹ ਦੀ ਸਲੀਬ ਦਾ ਪ੍ਰਚਾਰ ਨਹੀਂ ਕਰ ਸਕਦੇ ਜਦ ਤੱਕ ਉਹ ਮੈਨੂੰ ਪਾਵਰ ਨਾ ਦੇਵੇ, ਜਦ ਤੱਕ ਉਹ ਮੈਨੂੰ ਆਪਣੀ ਸ਼ਕਤੀ ਨਾ ਦੇਵੇ। ਬਾਈਬਲ ਦੇ ਵਿੱਚ ਜਦੋਂ ਅਸੀਂ ਰਸੂਲਾਂ ਦੇ ਕਰਤੱਵ 1:8 ਪੜ੍ਹਦੇ ਹਾਂ ਤਾਂ ਉਸ ਜਗ੍ਹਾ ਦੇ ਵਿੱਚ ਫਰਿਸ਼ਤੇ ਜੋ ਆਪਣਾ ਗੱਲ ਕਰਦੇ ਆ ਤਾਂ ਉਸ ਜਗ੍ਹਾ ਦੇ ਉੱਤੇ ਕੀ ਕਹਿੰਦਾ ਹੈ 1:8 ਦੇ ਵਿੱਚ, ਜਾਓ ਜਾ ਕੇ ਸਰਵਤ ਸ੍ਰਿਸ਼ਟੀ ਦਾ ਪ੍ਰਚਾਰ। ਜਦੋਂ ਕਹਿੰਦਾ ਪਵਿੱਤਰ ਆਤਮਾ ਤੁਹਾਡੇ ਉੱਤੇ ਆਵੇਗਾ ਤਾਂ ਤੁਸੀਂ ਸਮਰਥ ਪਾਓਗੇ। ਸਮਰਥ ਕਾਹਦੇ ਲਈ ਪਾਓਗੇ? ਤਾਕਤ ਕਾਹਦੇ ਲਈ ਪਾਓਗੇ? ਧਰਤੀ ਦੇ ਬੰਨੇ ਬੰਨੇ ਤਿੱਕਰ ਉਸ ਖੁਸ਼ਖਬਰੀ ਦੇ ਗਵਾਹ ਹੋਣ ਦੇ ਲਈ। ਪਹਿਲਾ ਯਹੂਦੀਆ, फिर सामरिया, फिर धरती के बन्ने तक। यरूशलेम तो शुरू होया, यहूदियां दे विच गया और फिर सामरिया दे विच, फिर धरती के बन्ने तक। अज असी सारे उस खुशखबरी दे गवाह हां। किदां? सलीब दे उत्ते परमेश्वर ने मेरे छुटकारे दा काम कीता अते ओह मुर्दियां विचों जी उठिया। जदों जी उठिया मेरी खुशखबरी दा कारण, जिस दे विच मैनूं परमेश्वर की सामर्थ ते शक्ति मिलती है। और इस दे नाल अगली गल मैं अपना देखदा दूसरी, वास्तव विच सलीब की है। दूसरी गल, ये साडे लई जो उस उत्ते नेचा करदे हन परमेश्वर की शक्ति दी ज्यादा महानता नूं प्रगट करता है, महानता ਨੂੰ ਪ੍ਰਗਟ ਕਰਦਾ। ਇਸ ਦੇ ਲਈ ਅਸੀਂ ਆਫੀਸੀਆਂ ਦੀ ਪੁਸਤਕ 1:19 ਮੈਂ ਆਪ ਦੇ ਲਈ ਪੜ੍ਹ ਰਿਹਾ ਹਾਂ। ਆਫੀਸੀਆਂ ਦੀ ਪੁਸਤਕ 1:19 ਇੱਥੇ ਇਸ ਤਰ੍ਹਾਂ ਲਿਖਿਆ ਹੋਇਆ ਹੈ, ਕਹਿੰਦਾ ਹੈ, ਅਤੇ ਅਸਾਂ ਨਿਚਾਵਾਨਾ ਬਲ ਉਹਦੀ ਸਮਰੱਥਾ ਦਾ ਅਤਿਅੰਤ ਬੜਪਨ ਉਹਦੀ ਵੱਡੀ ਸ਼ਕਤੀ ਦੇ ਅਮਲ ਅਨੁਸਾਰ ਕੀ ਹੈ। अमल अनुसार की है, बड़ी शक्ति की महानता। संसार दे विच अगर देखिए तो मनुखी जीवन दे लई उस दे बचाव दा कारण इस तो वड्डा कोई नहीं। बाइबल दे विच लिखिया है, ये अनहोना है कि कोई पापियां दे लिए अपनी जान देवे। धर्मी दे लिए तो सब करते हैं, पर पापी दे लिए ये ਉਹ ਸ਼ਕਤੀ ਸਲੀਬ ਦੇ ਉੱਤੇ ਮੇਰੇ ਲਈ ਪ੍ਰਗਟ ਹੋਈ ਹੈ ਔਰ ਉਸ ਸ਼ਕਤੀ ਦੇ ਨਾਲ ਮੈਂ ਉਸ ਦੇ ਬਚਾਵ ਦੀ ਖੁਸ਼ਖਬਰੀ ਹਰ ਇੱਕ ਆਪਣੇ ਬੈਰੀ ਨੂੰ ਵੀ ਦਿੰਦਾ ਹਾਂ, ਕਿਉਂਕਿ ਸੰਸਾਰ ਬੈਰੀ ਹੈ। ਜਿੰਨੇ ਮਸੀਹ ਵਿੱਚ ਹਨ ਸੰਸਾਰ ਉਹਨਾਂ ਦਾ ਬੈਰੀ ਹੈ ਅਤੇ ਉਹ ਪਰਮੇਸ਼ਰ ਦੀ ਸਮਰੱਥ ਦੇ ਨਾਲ ਉਹਨਾਂ ਦੇ ਵਿੱਚ इस खुशखबरी का प्रचार करते हैं अते वो समर्थ उन्हां दे विच प्रगट हुंदी है, क्योंकि जिहड़ा मुर्दा है एक खुशखबरी की समर्थ उहनूं जिंदा करती है। मैं भी मुर्दा सा, मैनू भी इस खुशखबरी ने सदा लई जैवंत कर दिता कि मैं परमेश्वर दे नाल राज करा। तीसरी गल, वास्तव विच सलीब है कि ये परमेश्वर की बुद्ध है। ਜਦੋਂ ਅਸੀਂ 25 ਆਇਤ ਪੜ੍ਹਦੇ ਹਾਂ, ਪਹਿਲਾ ਕੁਰਿੰਥੀਆਂ 1 ਅਧਿਆਏ ਉਸ ਦੀ 25 ਆਇਤ ਪੜ੍ਹਦੇ ਹਾਂ ਤਾਂ ਉਸ ਵਿੱਚ ਲਿਖਿਆ ਹੈ, ਕਹਿੰਦਾ, ਕਿਉਂਕਿ ਪਰਮੇਸ਼ਵਰ ਦੀ ਮੂਰਖਤਾਈ ਮਨੁੱਖਾਂ ਦੇ ਗਿਆਨ ਨਾਲੋਂ ਗਿਆਨਵਾਨ ਹੈ
ਅਤੇ ਪਰਮੇਸ਼ਰ ਦੀ ਨਿਰਬਲਤਾਈ ਮਨੁੱਖਾਂ ਦੇ ਬਲ ਨਾਲੋਂ ਬਲਵੰਤ ਹੈ। ਮਨੁੱਖਾਂ ਦੇ ਗਿਆਨ ਨਾਲੋਂ ਗਿਆਨਵਾਨ, ਬੁੱਧੀਮਾਨ ਹੈ। ਇਹਦਾ ਮਤਲਬ ਸਲੀਬ ਮੈਨੂੰ ਬੁੱਧੀਮਾਨ ਬਣਾਉਂਦੀ ਹੈ। ਔਰ ਇਹ ਸਲੀਬ ਬੁੱਧੀਮਾਨ ਇਸ ਲਈ ਬਣਾਉਂਦੀ ਹੈ ਕਿ ਮੈਂ ਪਰਮੇਸ਼ਵਰ ਦੇ ਨਾਲ ਮੇਲ ਕਰਦਾ ਹਾਂ। ਕਿੱਦਾਂ ਮੇਲ ਕਰਦਾ ਹਾਂ? ਜਦੋਂ ਮੈਂ ਆਪ ਦੇ ਨਾਲ ਵਚਨ ਪੜ੍ਹਦਾ ਹਾਂ, 2 ਕੁਰਿੰਥੀਆਂ 5 ਅਧਿਆਏ, ਉਸ ਦੇ ਵਿੱਚ ਮੈਂ ਆਪ ਦੇ ਨਾਲ ਪੜ੍ਹਦਾ ਹਾਂ 19 ਆਇਤ, ਅਰਥਾਤ ਪਰਮੇਸ਼ਰ ਮਸੀਹ ਵਿੱਚ ਹੋ ਕੇ ਜਗਤ ਨੂੰ ਆਪਣੇ ਨਾਲ ਮਿਲਾ ਰਿਹਾ ਸੀ ਅਤੇ ਉਹਨਾਂ ਦੇ ਅਪਰਾਧਾਂ ਦਾ ਲੇਖਾ ਨਹੀਂ ਸੀ ਕਰਦਾ, ਅਤੇ ਉਸ ਨੇ ਮੇਲ ਮਿਲਾਪ ਦਾ ਵਚਨ ਸਾਨੂੰ ਸੌਂਪ ਦਿੱਤਾ। ਮੇਲ ਮਿਲਾਪ ਦਾ ਵਚਨ ਸਾਨੂੰ ਸੌਂਪ ਦਿੱਤਾ। ਇਹਦਾ ਮਤਲਬ ਹੈ ਇਹ ਬੁੱਧੀ ਮੇਰੇ ਕੋਲ ਆਉਂਦੀ ਹੈ ਤਾਂ ਇਹ ਬੁੱਧੀ ਮੈਨੂੰ ਨਫ਼ਰਤ ਦਾ ਕੰਮ ਨਹੀਂ ਸਿਖਾਉਂਦੀ ਹੈ। ਇਹ ਬੁੱਧੀ ਮੈਨੂੰ ਕਿਸੇ ਦੇ ਨਾਲ ਵਿਰੋਧ ਦਾ ਕੰਮ ਨਹੀਂ ਸਿਖਾਉਂਦੀ ਹੈ। ਇਹ ਬੁੱਧੀ ਮੈਨੂੰ ਕਿਸੇ ਦੇ ਨਾਲ ਲੜਾਈ ਦਾ ਕੰਮ ਨਹੀਂ ਸਿਖਾਉਂਦੀ। ਇਹ ਬੁੱਧੀ ਮੈਨੂੰ ਮੇਲ ਦਾ ਕੰਮ ਸਿਖਾਉਂਦੀ ਹੈ। ਇਹ ਬੁੱਧੀ ਮੈਨੂੰ ਸੰਗਤ ਦਾ ਕੰਮ ਸਿਖਾਉਂਦੀ ਹੈ। ਇਹ ਬੁੱਧੀ ਮੈਨੂੰ ਪ੍ਰੇਮ ਦਾ ਕੰਮ ਸਿਖਾਉਂਦੀ ਹੈ। ਇਹ ਬੁੱਧੀ ਮੈਨੂੰ ਭਲਾਈ ਦਾ ਕੰਮ ਸਿਖਾਉਂਦੀ ਹੈ। ਇਹਦਾ ਮਤਲਬ ਇਹ ਸਲੀਬ ਮੇਰੇ ਲਈ ਵਾਸਤਵ ਦੇ ਵਿੱਚ ਪਰਮੇਸ਼ਰ ਦੀ ਬੁੱਧੀ ਪ੍ਰਾਪਤ ਕਰਨ ਦਾ ਇੱਕ ਰਸਤਾ ਹੈ। ਉਹ ਪਰਮੇਸ਼ਵਰ ਨੇ ਮੇਰੇ ਲਈ ਉਸ ਕਾਲਵਰੀ ਕਰੂਸ ਦੇ ਉੱਤੇ ਆਪਣੇ ਪੁੱਤਰ ਦੇ ਬਲੀਦਾਨ ਦਿੱਤੇ ਜਾਣ ਦੇ ਨਾਲ ਮੇਰੇ ਲਈ ਪ੍ਰਗਟ ਕੀਤਾ, ਮੇਰੇ ਲਈ ਦੇ ਦਿੱਤਾ। ਜਦੋਂ ਮੈਂ ਉਸ ਨੂੰ ਸਵੀਕਾਰ ਕਰਦਾ ਹਾਂ ਤਾਂ ਉਹ ਪੁੱਤਰ ਮੇਰੇ ਵਿੱਚ ਆਉਂਦਾ ਹੈ ਅਤੇ ਮੇਰਾ ਮੇਲ ਪਰਮੇਸ਼ਵਰ ਦੇ ਨਾਲ ਕਰਾਉਂਦਾ ਹੈ ਅਤੇ ਮੈਨੂੰ ਪਰਮੇਸ਼ਵਰ ਦੇ ਰਾਜ ਦਾ ਅਧਿਕਾਰੀ ਬਣਾਉਂਦਾ ਹੈ। ਜਦੋਂ ਅਧਿਕਾਰੀ ਬਣਾਉਂਦਾ ਤਾਂ ਬੁੱਧੀ ਮੇਰੇ ਵਿੱਚ ਆ ਜਾਂਦੀ ਹੈ। ਸੰਸਾਰ ਦੀ ਬੁੱਧੀ ਖਤਮ ਹੋ ਜਾਂਦੀ ਹੈ ਅਤੇ ਪਰਮੇਸ਼ਰ ਦੀ ਬੁੱਧੀ ਮੇਰੇ ਵਿੱਚ ਕਿਰਿਆਸ਼ੀਲ ਹੋ ਜਾਂਦੀ ਹੈ। ਇਹਦਾ ਮਤਲਬ ਪਰਮੇਸ਼ਰ ਦੀ ਸਲੀਬ ਮੇਰੇ ਲਈ ਬੁੱਧੀ ਹੈ, ਉਹ ਪ੍ਰਗਟ ਕਰਦੀ ਹੈ। ਪਰ ਅੱਜ ਇਸ ਤਿਰਸਕਾਰ ਨੂੰ ਅਸੀਂ ਸਹਿਨ ਕਰਨਾ ਹੈ। ਇਹ ਬੜਾ ਔਖਾ ਹੈ। ਜਦੋਂ ਅਸੀਂ ਇਸ ਤਿਰਸਕਾਰ ਦੀ ਗੱਲ ਕਰੀਏ, ਇਸ ਦੇ ਲਈ ਸਾਨੂੰ ਸੰਘਰਸ਼ ਕਰਨਾ ਹੈ। ਮੈਂ ਦੂਸਰਾ ਪਤਰਸ ਉਹਦਾ 1:4 ਆਪ ਦੇ ਲਈ ਪੜ੍ਹਨਾ ਚਾਹੁੰਦਾ ਹਾਂ। ਦੂਸਰਾ ਪਤਰਸ 1:4 ਇੱਥੇ ਲਿਖਿਆ, ਜਿਨ੍ਹਾਂ ਦੇ ਰਾਹੀਂ ਉਸਨੇ ਸਾਨੂੰ ਅਮੋਲਕ ਅਤੇ ਅਤ ਵੱਡੇ ਵਾਅਦੇ ਦਿੱਤੇ ਹਨ, ਭਾਈ ਤੁਸੀਂ ਉਸ ਵਿਨਾਸ਼ ਤੋਂ ਛੁੱਟ ਕੇ ਜੋ ਕਾਮਨਾ ਦੇ ਕਾਰਨ ਜਗਤ ਵਿੱਚ ਹੈ, ਉਹਨਾਂ ਦੇ ਦੁਆਰਾ ਈਸ਼ਵਰੀ ਸੁਭਾਅ ਦੇ ਸਾਂਝੀ ਹੋ ਜਾਓ। ਜਦੋਂ ਅਸੀਂ ਈਸ਼ਵਰੀ ਸੁਭਾਅ ਦੇ ਸਾਂਝੀ ਹੁੰਦੇ ਹਨ ਤਾਂ ਲੋਕ ਸਾਡਾ ਤਿਰਸਕਾਰ ਕਰਨਾ ਸ਼ੁਰੂ ਕਰ ਦਿੰਦੇ, ਸਾਡੇ ਆਪਣਾ ਤਿਰਸਕਾਰ ਕਰਨਾ ਸ਼ੁਰੂ ਕਰ ਦਿੰਦੇ, ਸਾਡਾ ਸਮਾਜ ਸਾਡਾ ਤਿਰਸਕਾਰ ਕਰਨਾ ਸ਼ੁਰੂ ਕਰ ਦਿੰਦਾ ਹੈ, ਸਾਡੇ ਮਿੱਤਰ ਦੋਸਤ ਸਾਡਾ ਤਿਰਸਕਾਰ ਕਰਨਾ ਸ਼ੁਰੂ ਕਰ ਦਿੰਦੇ ਹੈ। ਮੈਂ ਇਸ ਗੱਲ ਨੂੰ ਆਪਣੇ ਜੀਵਨ ਦੇ ਵਿੱਚ ਬਹੁਤ ਵੱਡਾ ਅਨੁਭਵ ਕੀਤਾ ਹੈ। ਜਦੋਂ ਮੈਂ ਮਸੀਹ ਦੇ ਵਿੱਚ ਆਇਆ ਤਾਂ ਸਭ ਤੋਂ ਪਹਿਲਾਂ ਮੈਨੂੰ ਤਿਰਸਕਾਰ ਆਪਣੇ ਘਰ ਦੇ ਵਿੱਚੋਂ ਸਹਿਣ ਕਰਨਾ ਪਿਆ। ਮੈਨੂੰ ਘਰ ਦੇ ਵਿੱਚੋਂ ਕੱਢ ਦਿੱਤਾ ਗਿਆ। ਦੂਸਰਾ, ਮੈਨੂੰ ਆਪਣੇ ਰਿਲੇਸ਼ਨਸ਼ਿਪ ਦੇ ਵਿੱਚੋਂ ਅੱਡ ਕਰ ਦਿੱਤਾ ਗਿਆ। ਤੀਸਰਾ, ਮੇਰੇ ਮਿੱਤਰ ਮੇਰੇ ਤੋਂ ਦੂਰ ਹੋ ਗਏ। ਚੌਥਾ, ਸਮਾਜ ਮੈਨੂੰ ਘਿਰਣਿਤ ਨਜ਼ਰਾਂ ਨਾਲ ਦੇਖਣਾ ਸ਼ੁਰੂ ਕਰ ਦਿੱਤਾ। ਪਰ ਫਿਰ ਵੀ ਮੈਂ ਮਸੀਹ ਦੇ ਸੁਭਾਅ ਨੂੰ ਪ੍ਰਗਟ ਕਰਦਾ ਰਿਹਾ, ਉਸ ਤਿਰਸਕਾਰ ਨੂੰ ਸਹਿੰਦਾ ਗਿਆ, ਕਿਉਂਕਿ ਮੇਰੇ ਪ੍ਰਭੂ ਨੇ ਸਹਿਆ ਤਾਂ ਮੈਨੂੰ ਵੀ ਸਹਿਣਾ ਪਏਗਾ। ਕਿਉਂਕਿ ਬਾਈਬਲ ਦੇ ਵਿੱਚ ਜਦੋਂ ਅਸੀਂ ਫਿਲਿੱਪੀਆਂ 2:5 ਦੇ ਵਿੱਚ ਪੜ੍ਹਦੇ ਹਾਂ, ਕਹਿੰਦਾ ਤੁਹਾਡਾ ਉਹ ਸੁਭਾਅ ਹੋਵੇ ਜੋ ਮਸੀਹ ਯਸੂ ਦਾ ਸੀ। ਮਸੀਹ ਯਸੂ ਦਾ ਸੁਭਾਅ ਜੇ ਉਹ ਸਾਡੇ ਨਾਲ ਘਿਰਣਾ ਕਰ ਰਹੇ, ਕਿਉਂਕਿ ਉਹਨਾਂ ਨੂੰ ਪਤਾ ਨਹੀਂ ਹੈ। ਜਦੋਂ ਜਾਣ ਕੇ, ਜਿਸ ਤਰ੍ਹਾਂ ਮੈਂ ਜਾਣ ਗਿਆ, ਪਹਿਲਾਂ ਮੈਂ ਵੀ ਮਸੀਹੀ ਵਿਰੋਧੀ ਸੀ, ਮੈਂ ਮਸੀਹਾਂ ਨੂੰ ਕੁੱਟਿਆ, ਮੈਂ ਮਸੀਹਾਂ ਨੂੰ ਮਾਰਦਾ ਸੀ। ਪਰ ਜਦੋਂ ਮੈਂ ਜਾਣ ਲਿਆ ਤਾਂ ਮੈਂ ਉਸ ਘਿਰਣਾ ਨੂੰ ਸਹਿਣ ਕਰ ਲਿਆ, ਮੈਂ ਉਸ ਘਿਰਣਾ ਨੂੰ ਆਪਣੇ ਵਿੱਚ ਲੈ ਲਿਆ, ਉਸ ਸਲੀਬ ਦੇ ਦੁੱਖ ਨੂੰ ਆਪਣੇ ਵਿੱਚ ਝੱਲਣਾ ਸ਼ੁਰੂ ਕਰ ਦਿੱਤਾ। ਇਹ ਮੈਨੂੰ ਸਹਿਣਾ, ਜਦੋਂ ਅਸੀਂ ਸਹਿੰਦੇ ਹਾਂ ਤਾਂ ਮੇਰੇ ਲਈ ਸਵਰਗ ਦੇ ਵਿੱਚ ਫਲ ਹੈ।
ਮੈਨੂੰ ਇੰਨਾ ਪਤਾ ਹੈ। ਸਹਿਣਾ ਜ਼ਰੂਰ, ਜਿਹੜਾ ਨਹੀਂ ਸਹਿੰਦਾ, ਜਿਹੜਾ ਇਸ ਤਿਰਸਕਾਰ ਨੂੰ ਆਪਣੇ ਜੀਵਨ ਦੇ ਵਿੱਚ ਲੋਕਾਂ ਦੇ ਨਾਲ ਇਸ ਤਰ੍ਹਾਂ ਮੇਲ ਕਰ ਲੈਂਦਾ ਹੈ, ਉਹਨਾਂ ਦੇ ਨਾਲ ਬੈਠਦਾ ਉੱਠਦਾ ਅਤੇ ਖਾਂਦਾ ਪੀਂਦਾ ਹੈ। ਮੈਂ ਨਹੀਂ ਕਹਿੰਦਾ ਖਾਣਾ ਨਹੀਂ ਪੀਣਾ ਨਹੀਂ, ਪਰ ਜਿਹੜਾ ਉਹਨਾਂ ਜਿਹੇ ਕੰਮ ਕਰਨਾ ਸ਼ੁਰੂ ਕਰ ਦਿੰਦਾ ਹੈ, ਇਹਦਾ ਮਤਲਬ ਕਿਉਂ ਕਰਦਾ ਹੈ, ਕਾਹਤੇ ਕਰਦਾ ਹੈ, ਕਿਸ ਲਈ ਕਰਦਾ ਹੈ? ਕਿਉਂਕਿ ਸਲੀਬ ਦੇ ਕਾਰਨ ਉਹਨੂੰ ਦੁੱਖ ਨਾ ਝੱਲਣਾ ਪਵੇ। ਇਹ ਵੀ ਮੈਂ ਆਪ ਦੇ ਲਈ ਪੜ੍ਹਦਾ। ਗਲਾਤੀਆਂ ਦੀ ਪੁਸਤਕ ਜਦੋਂ ਅਸੀਂ ਉਸ ਦਾ 6 ਅਧਿਆਏ, ਗਲਾਤੀਆਂ ਦੀ ਪੁਸਤਕ ਉਸ ਦਾ 6 ਅਧਿਆਏ ਇੱਥੇ 11 ਅਤੇ 12 ਆਇਤ ਮੈਂ ਆਪ ਨਾਲ ਪੜ੍ਹ ਰਿਹਾ ਹਾਂ। ਬੜੇ ਧਿਆਨ ਦੇ ਨਾਲ ਸੁਣਨਾ ਹੈ, ਬਹੁਤ ਇੰਪੋਰਟੈਂਟ ਗੱਲ ਹੈ। ਵੇਖੋ, ਮੈਂ ਆਪਣੇ ਹੱਥੀ ਕੈਡੇ ਮੋਟੇ ਅੱਖਰਾਂ ਨਾਲ ਤੁਹਾਨੂੰ ਲਿਖਿਆ, ਜਿੰਨੇ ਲੋਕ ਸਰੀਰ ਵਿੱਚ ਵੱਡਾ ਵਿਖਾਵਾ ਦਿਖਾਉਣਾ ਚਾਹੁੰਦੇ ਹਨ, ਉਹ ਵਧੋ ਵਧੀ ਤੁਹਾਡੀ ਸੁਨਤ ਕਰਾਉਂਦੇ ਹਨ, ਨਿਰਾ ਇਸ ਕਰਕੇ ਜੋ ਉਸ ਮਸੀਹ ਦੇ ਸਲੀਬ ਦੇ ਕਾਰਨ ਸਤਾਏ ਨਾ ਜਾਣ। ਤਿਰਸਕਾਰ ਨੂੰ ਆਪਣੇ ਉੱਤੇ ਨਾ ਲੈਣ, ਸੁਨਤ ਕਰਾਉਂਦੇ ਆ। ਹਾਂ, ਯਹੂਦੀ ਲੋਕ ਇਹ ਕਰਦੇ ਸੀ, ਔਰ ਲੋਕ ਆਪਣਾ ਕਰਾ ਲੈਂਦੇ ਸੀ ਇਸ ਲਈ ਕਿ ਸਾਨੂੰ ਯਹੂਦੀਆਂ ਦੇ ਸਮਾਜ 'ਚ ਕੋਈ ਛੇਕ ਨਾ ਦੇਵੇ, ਕਿਉਂਕਿ ਜਿਹੜਾ ਇਸ ਤਰ੍ਹਾਂ ਕਰਦਾ ਸੀ ਯਹੂਦੀ ਰਿਵਾਇਤ ਦੇ ਅਨੁਸਾਰ ਉਹਨੂੰ ਸਮਾਜ ਦੇ ਵਿੱਚ ਛੇਕ ਦਿੰਦੇ ਸੀ। ਅੱਜ ਵੀ ਬਹੁਤੇ ਮਸੀਹੀ ਲੋਕ ਇਸ ਤਰ੍ਹਾਂ ਕਰਦੇ ਆ, ਇਸ ਡਰ ਤੋਂ ਕਿ ਸਾਨੂੰ ਅੱਡ ਨਾ ਕਰ ਦਿੱਤਾ ਜਾਵੇ, ਛੇਕ ਨਾ ਦਿੱਤਾ ਜਾਵੇ। ਇਸ ਕਰਕੇ ਉਹਨਾਂ ਦੇ ਨਾਲ, ਉਹਨਾਂ ਦੇ ਸਮਾਜ ਦੇ ਵਿੱਚ ਜਾ ਕੇ ਆਪਣਾ ਖਾਣਾ ਵੀ ਖਾਂਦੇ ਆ, ਲੰਗਰ ਵੀ ਖਾਂਦੇ ਆ, ਜੋ ਕਰਦੇ ਆ ਉਸ ਤਰ੍ਹਾਂ ਕਰਦੇ ਆ। ਉਹ ਸਲੀਬ ਦੇ ਕਾਰਨ ਆਪਣੇ ਜੀਵਨ ਦੇ ਵਿੱਚ ਉਸ ਤਿਰਸਕਾਰ ਨੂੰ ਸਹਿਣ ਨਹੀਂ ਕਰਦੇ। ਦੂਸਰੀ ਗੱਲ ਮੈਂ ਇਹ ਦੇਖਦਾ ਹਾਂ ਕਿ ਸਾਨੂੰ ਉਸ ਦੇ ਲਈ ਆਪਣੇ ਜੀਵਨ ਨੂੰ ਸਹਿਣ ਕਰਦੇ ਜਾਣਾ ਹੈ। ਮੈਂ ਲੂਕਾ ਦੀ ਅੰਜੀਲ ਉਸ ਦਾ 9 ਅਧਿਆਇ ਉਸ ਦੀ 23 ਆਇਤ ਆਪ ਦੇ ਲਈ ਇੱਥੇ ਪੜ੍ਹਦਾ ਹਾਂ। ਲੂਕਾ ਦੀ ਅੰਜੀਲ 9 ਅਧਿਆਇ ਉਸ ਦੀ 23 ਆਇਤ ਮੈਂ ਆਪ ਦੇ ਲਈ ਪੜ੍ਹ ਰਿਹਾ ਹਾਂ। ਇੱਥੇ ਲਿਖਿਆ ਹੋਇਆ ਹੈ, ਮੈਂ ਪੜ੍ਹ ਕੇ ਇਸ ਨੂੰ ਸਮਾਪਤੀ ਵੱਲ ਜਾਵਾਂਗਾ। ਇੱਥੇ ਲਿਖਿਆ ਹੈ, ਉਸਨੇ ਸਭਨਾਂ ਨੂੰ ਆਖਿਆ, ਜੇ ਕੋਈ ਮੇਰੇ ਪਿੱਛੇ ਆਉਣਾ ਚਾਹੇ ਤਾਂ ਆਪਣੇ ਆਪ ਦਾ ਇਨਕਾਰ ਕਰੇ ਅਤੇ ਰੋਜ਼ ਆਪਣੀ ਸਲੀਬ ਚੁੱਕ ਕੇ ਮੇਰੇ ਪਿੱਛੇ ਚੱਲੇ। ਜੇ ਮਸੀਹ ਦੇ ਪਿੱਛੇ ਚੱਲ ਕੇ ਸਵਰਗ ਦਾ ਆਨੰਦ ਲੈਣਾ ਹੈ, ਉਸ ਦੇ ਆਨੰਦ ਵਿੱਚ ਤੁਸੀਂ ਜਾਣਾ ਚਾਹੁੰਦੇ ਹੋ, ਤਾਂ ਤੁਹਾਨੂੰ ਇਸ ਸਲੀਬ ਨੂੰ, ਲੱਜਾਜਨਕ ਸਲੀਬ ਨੂੰ, ਜਿਸ ਨੇ ਤੁਹਾਨੂੰ ਛੁਟਕਾਰਾ ਦਿੱਤਾ ਹੈ, ਜਿਸ ਨੇ ਤੁਹਾਨੂੰ ਪਰਮੇਸ਼ਵਰ ਦੇ ਨਾਲ ਮਿਲਣ ਦਾ ਹੱਕ ਦਿੱਤਾ ਹੈ, ਜਿਸ ਨੇ ਤੁਹਾਨੂੰ ਸਵਰਗੀ ਵਸਤਾਂ ਦਾ ਅਧਿਕਾਰੀ ਠਹਿਰਾ ਦਿੱਤਾ ਹੈ, ਜੇ ਤੁਸੀਂ ਉਸ ਦੇ ਕਾਰਨ ਇਸ ਸੰਸਾਰ ਦੇ ਵਿੱਚ ਸ਼ਰਮਿੰਦਾ ਹੁੰਦੇ ਹੋ, ਉਸ ਲੱਜਾ ਨੂੰ ਆਪਣੇ ਜੀਵਨ ਦੇ ਵਿੱਚ ਲੈਣ ਦੇ ਕਾਰਨ ਤੁਸੀਂ ਪਿੱਛੇ ਹਟ ਜਾਂਦੇ ਹੋ, ਤਾਂ ਸਵਰਗ ਦੇ ਵਿੱਚ ਤੁਹਾਡੇ ਲਈ ਪ੍ਰਤੀਫਲ ਨਹੀਂ। ਇਸ ਲਈ ਸਲੀਬ ਦੀ ਲੱਜਾ ਨੂੰ ਸਹਿਣਾ ਹੈ। ਐ ਨਹੀਂ ਕਿ ਗਲ 'ਚ ਮੈਂ ਸਲੀਬ ਪਾ ਲਈ, ਮੈਂ ਕਰੂਸ ਐਡਾ ਵੱਡਾ ਇੱਥੇ ਐ ਲਾ ਲਿਆ ਤਾਂ ਮੈਂ ਆਪਣੇ ਆਪ ਨੂੰ ਦੱਸ ਦਿੱਤਾ। ਭਰਾ ਇਸ ਤਰ੍ਹਾਂ ਦੇ ਕਰਨ ਵਾਲੇ, ਭੈਣ ਇਸ ਤਰ੍ਹਾਂ ਦੇ ਕਰਨ ਵਾਲੇ ਕਦੇ ਵੀ ਸਵਰਗ ਰਾਜ ਦੇ ਅਧਿਕਾਰੀ ਨਹੀਂ ਹੋਣਗੇ। ਉਹਨਾਂ ਨੂੰ ਉਸ ਦੇ ਅਨੁਸਾਰ ਜੀਵਨ ਜੀਣਾ ਪਏਗਾ। ਜੇ ਉਸ ਦੇ ਅਨੁਸਾਰ ਜੀਵਨ ਜੀਣਗੇ ਤਾਂ ਉਹ ਸਵਰਗ ਦੇ ਅਧਿਕਾਰੀ ਹੋਣਗੇ। ਪ੍ਰਭੂ ਨੇ ਮੈਨੂੰ ਆਪ ਦੇ ਨਾਲ ਇਸ ਵਚਨ ਨੂੰ ਪੂਰਾ, ਇਸ ਖੰਡ ਨੂੰ ਔਰ ਇਸ ਵਿਸ਼ੇ ਨੂੰ ਪੂਰਾ ਕਰਨ ਦੇ ਵਿੱਚ ਮਦਦ ਕੀਤੀ ਹੈ। ਅਗਰ ਆਪ ਦਾ ਇਸ ਦੇ ਪ੍ਰਤੀ ਕੋਈ ਸਵਾਲ ਹੈ, ਤੁਸੀਂ ਮੈਨੂੰ ਜੋ ਮੇਰਾ YouTube ਲਿੰਕ ਹੈ ਉਸ ਦੇ ਵਿੱਚ ਮੈਸੇਜ ਭੇਜ ਸਕਦੇ ਹੋ, ਤਾਂ ਮੈਂ ਉਸ ਦਾ ਉੱਤਰ ਆਪ ਨੂੰ ਜਿੱਥੇ ਤੱਕ ਸੰਭਵ ਹੋ ਸਕੇ ਦੇਵਾਂਗਾ। ਪ੍ਰਭੂ ਆਪ ਨੂੰ ਇਸ ਵਚਨ ਦੇ ਰਾਹੀਂ ਆਸ਼ੀਸ਼ ਦੇਵੇ। ਜੈ ਮਸੀਹ ਦੀ। ਮਾਰਾਨਾਥਾ। ਕੱਲ ਅਸੀਂ ਹੋਰ ਵਿਸ਼ੇ ਦੇ ਨਾਲ ਆਪ ਦੇ ਨਾਲ ਰੂਬਰੂ ਹੋਵਾਂਗੇ। ਤਦ ਤੱਕ ਦੇ ਲਈ ਮੈਂ ਵਿਰਾਮ ਚਾਹੁੰਦਾ।